आज ਅਸੀਂ पढ़ने जा रहे हैं थ्योरम नंबर 13 प्रूव दैट कि वेक्टर स्पेस इफ वेक्टर स्पेस V over the field F and W वेक्टर स्पेस over the field F are the finite dimensions। फाइनाइट डिमेंशन ਦਾ ਮਤਲਬ ਹੈ ਕਿ ਇਹਨਾਂ ਦੋਨੋਂ ਵੈਕਟਰ ਸਪੇਸ ਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟ ਨੇ ਫਾਈਨਾਈਟ ਨੇ। ਆਪਾਂ ਇਹ ਨਹੀਂ ਕਹਿ ਸਕਦੇ ਦੇ ਆਰ ਦਾ ਇਨਫਾਈਨਾਈਟ ਨੰਬਰ ਆਫ ਐਲੀਮੈਂਟਸ, ਦੇ ਆਰ ਦਾ ਫਾਈਨਾਈਟ ਨੰਬਰ ਆਫ ਐਲੀਮੈਂਟ ਜਿਨ੍ਹਾਂ ਦੀ ਡਿਮੈਂਸ਼ਨ ਆਪਣੇ ਕੋਲ ਫਾਈਨਾਈਟ ਹੋਗੀ। ਦੈਨ ਪ੍ਰੂਵ ਕਰੋ the vector space of all linear transformation from V to W। ਕਹਿੰਦੇ ਕਿ ਆਪਾਂ ਕੋਈ ਵੀ ਵੈਕਟਰ ਸਪੇਸ ਲੈ ਲਈ, ਵੈਕਟਰ ਸਪੇਸ ਲਈ ਆ ਕਿਹੜੀ ਵਾਲੀ ਜਿਹਦੇ ਵਿੱਚ ਸਾਰੀਆਂ ਲੀਨੀਅਰ ਟਰਾਂਸਫਾਰਮੇਸ਼ਨ ਜਾ ਰਹੀਆਂ V to W। ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀ ਇੱਦਾਂ ਦਾ ਕੋਈ ਸੈੱਟ ਹੈ ਜਿਹਨੂੰ ਆਪਾਂ ਵੈਕਟਰ ਸਪੇਸ ਪ੍ਰੂਵ ਕੀਤਾ ਸੀ, ਉਹ ਸੈੱਟ ਹੈਗਾ L VW। ਇਹ ਇੱਕ ਵੈਕਟਰ ਸਪੇਸ ਹੈ ਤੇ ਇਹਦੇ ਵਿੱਚ ਕਿੱਦਾਂ ਦੇ ਐਲੀਮੈਂਟਸ ਨੇ, ਇਹਦੇ ਵਿੱਚ ਸਾਰੀ ਮੈਪਿੰਗਸ ਨੇ T1 T2 T3 ਐਂਡ ਸੋ ਔਨ। ਤੇ T1 T2 ਐਂਡ ਸੋ ਔਨ ਇਹ ਸਾਰੀ ਮੈਪਿੰਗਸ ਨੇ। ਇਹ ਕਿੱਦਾਂ ਦੀ ਮੈਪਿੰਗਸ ਨੇ, ਇਹ ਮੈਪਿੰਗ ਜਾ ਰਹੀਆਂ ਹੈ V to W। T2 ਵੀ ਸੇਮ ਮੈਪਿੰਗ ਹੈ, ਉਹ ਵੀ ਜਾ ਰਹੀ ਹੈ V to W। ਜਿੰਨੀਆਂ ਵੀ ਮੈਪਿੰਗ ਜਿਹੜੀ V ਤੋਂ W1 ਨੂੰ ਜਾ ਰਹੀਆਂ ਆ ਫਰੋਮ V to W, ਠੀਕ ਹੈ, ਉਹ ਸਾਰੀ ਮੈਪਿੰਗ ਦਾ ਇਸ ਸੈੱਟ ਦੇ ਵਿੱਚ ਹੈਗੀ ਜਿਹਦਾ ਸੈੱਟ ਦਾ ਨਾਮ ਹੈ LVW। ਤੇ ਆਪਾਂ ਇਸ ਸੈੱਟ ਨੂੰ ਹਲੇ ਪਿਛਲੇ ਥਿਊਰਮ ਨੰਬਰ 12 ਦੇ ਵਿੱਚ ਪ੍ਰੂਵ ਕੀਤਾ ਕਿ ਇਹ ਵੈਕਟਰ ਸਪੇਸ ਹੈ। ਕਹਿ ਰਿਹਾ ਹੁਣ ਆਪਣੇ ਕੋਲ ਇਸ ਕੁਐਸਚਨ ਦੇ ਵਿੱਚ ਕੀ ਹੈ ਕਿ ਜਿਹੜੇ ਆਹ ਵਾਲਾ ਵੈਕਟਰ ਸਪੇਸ ਹੈ ਉਹ ਆਪਾਂ ਕੀ ਪ੍ਰੂਫ ਕਰਨਾ ਹੈ ਕਿ ਜਿਹੜੀ ਲੀਨੀਅਰ ਟਰਾਂਸਫਾਰਮੇਸ਼ਨ ਜਿੰਨੀਆਂ ਵੀ ਲੀਨੀਅਰ ਟਰਾਂਸਫਾਰਮੇਸ਼ਨ ਇਸ ਸੈੱਟ ਦੇ ਵਿੱਚ ਹੈਗੀਆਂ ਆ ਉਹ ਫਾਈਨਾਈਟ ਡਾਈਮੈਂਸ਼ਨ ਹੈ। ਆਪਾਂ ਇਹ ਪ੍ਰੂਵ ਕਰਨਾ ਕਿ ਆਹ ਵਾਲਾ ਸੈੱਟ ਵੀ ਆਪਣੇ ਕੋਲ ਵੈਕਟਰ ਸਪੇਸ ਵੀ ਫਾਈਨਾਈਟ ਹੈ। ਇੱਕ ਕੁਐਸਚਨ ਤਾਂ ਇਹ ਹੋ ਗਿਆ। ਆਪਾਂ ਪ੍ਰੂਫ ਕਰਨਾ ਕਿ ਇਸ ਸੈੱਟ ਕੀ ਇਹਦੇ ਵਿੱਚ ਦਿਸ ਇਜ਼ ਅ ਵੈਕਟਰ ਸਪੇਸ ਇਜ਼ ਅ ਫਾਈਨਾਈਟ ਡਾਈਮੈਂਸ਼ਨ, ਔਰ ਨਾਲ ਹੀ ਆਪਣੇ ਕੋਲ ਜਿਹੜੀ ਡਾਈਮੈਂਸ਼ਨ ਹੈ ਉਹ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਆਪਣੇ ਕੋਲ ਡਾਈਮੈਂਸ਼ਨ ਆਫ V ਇਨਟੂ ਡਾਈਮੈਂਸ਼ਨ ਆਫ W। ਕਹਿੰਦੇ ਕਿ ਜਿਹੜੀ LVW ਦੀ ਜਿਹੜੀ ਡਾਈਮੈਂਸ਼ਨ ਹੋਏਗੀ ਉਹ ਬਰਾਬਰ ਹੋਏਗੀ ਪ੍ਰੋਡਕਟ ਆਫ ਦਾ ਡਾਈਮੈਂਸ਼ਨ ਆਫ V ਇਨਟੂ ਡਾਈਮੈਂਸ਼ਨ ਆਫ W। ਮਤਲਬ ਦੋਨੋਂ ਵੈਕਟਰ ਸਪੇਸ ਦੀ ਅਲੱਗ-ਅਲੱਗ ਜਿੰਨੀ ਵੀ ਡਾਈਮੈਂਸ਼ਨਸ ਹੋਏਗੀ ਉਹਨਾਂ ਦੋਨਾਂ ਨੂੰ ਪ੍ਰੋਡਕਟ ਕਰ ਦਾਂਗੇ, ਉਹ ਆਪਣੇ ਕੋਲ ਡਾਈਮੈਂਸ਼ਨ ਹੋ ਜਾਏਗੀ L ਦੀ। ਹੁਣ ਆਪਾਂ ਇਹ ਪ੍ਰੂਫ ਕਰਨਾ ਹੈ, ਇਹਦੇ ਦੋ ਪਾਰਟ ਨੇ ਤੇ ਆਪਾਂ ਫਸਟ ਪਾਰਟ ਨੂੰ ਪਹਿਲੇ ਲੈ ਕੇ ਚੱਲਦੇ ਹਾਂ। ਹੁਣ ਆਪਾਂ ਕੰਸੀਡਰ ਹੈ ਕਿ LVW ਦੀ ਗੱਲ ਹੋਈ ਹੈ। LVW ਆਪਣੇ ਕੋਲ ਸੈੱਟ ਹੈ, ਸੈੱਟ ਦੇ ਵਿੱਚ ਕੀ ਹੈ ਸਾਰੀਆਂ ਲੀਨੀਅਰ ਮੈਪਿੰਗ ਹੈ ਤੇ ਉਹ ਲੀਨੀਅਰ ਟਰਾਂਸਫਾਰਮੇਸ਼ਨ ਵੀ ਹੈ। ਤੇ T ਆਪਣੇ ਕੋਲ ਉਹ T ਆਪਾਂ ਮੈਪਿੰਗ ਲੈ ਲਈ ਹੈ, ਸਾਰੀਆਂ ਮੈਪਿੰਗ T ਹੈ ਤੇ T ਕਿੱਦਾਂ ਦੀ ਹੋਏਗੀ ਜਿਹੜੀ V ਤੋਂ W1 ਨੂੰ ਮੈਪਿੰਗ ਜਾ ਰਹੀ ਹੈ ਤੇ ਲੀਨੀਅਰ ਟਰਾਂਸਫਾਰਮੇਸ਼ਨ ਹੋਏਗੀ ਇੱਥੇ ਗਿਵਨ ਦਿੱਤਾ ਹੋਇਆ ਕਿ ਲੀਨੀਅਰ ट्रांसफॉर्मेशन है। मान लो कि अपने को आ सेट V है ਤੇ ਆ ਸੈਟ W ਹੈ ਤੇ X ਐਲੀਮੈਂਟ V ਨੂੰ ਬਿਲੋਂਗ ਕਰ ਰਿਹਾ ਹੈ ਤੇ ਮੈਪਿੰਗ ਲੱਗ ਰਹੀ ਹੈ T ਤੇ W ਦੇ ਵਿੱਚ ਕਿੱਦਾਂ ਦਾ ਐਲੀਮੈਂਟ ਹੋਏਗਾ ਦੈਟਸ ਅ T ਆਫ X। ਤੇ ਜਿਹੜਾ W ਨੂੰ ਬਿਲੋਂਗ ਕਰੇਗਾ ਉਹਦਾ ਐਲੀਮੈਂਟ ਕਿੱਦਾਂ ਦਾ ਹੋਏਗਾ ਦੈਟਸ ਅ ਇਮੇਜ ਆਫ X। ਤੇ ਉਹੀ ਚੀਜ਼ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ Tx ਹੈ ਉਹ W ਨੂੰ ਬਿਲੋਂਗ ਕਰੇਗਾ ਤੇ X ਐਲੀਮੈਂਟ ਜਿੰਨੇ ਵੀ X ਐਲੀਮੈਂਟ ਉਹ ਵੈਕਟਰ ਸਪੇਸ V ਨੂੰ ਬਿਲੋਂਗ ਕਰੂਗੇ। ਇਹਦਾ ਹੋ ਗਿਆ ਉਹਨਾਂ ਦੀ ਸਟੇਟਮੈਂਟ ਜੋ ਆਪਾਂ ਸੈੱਟ ਲਿਖ ਦਿੱਤਾ, ਉਹਨੂੰ ਡਿਫਾਈਨ ਕਰ ਦਿੱਤਾ। ਹੁਣ ਆਪਾਂ B1 ਲੈ ਲਿਆ ਤੇ B2 ਲੈ ਲਿਆ, ਇਹ ਦੋਨੋਂ ਬੇਸਿਸ ਲੈ ਲਏ ਆ। ਇੱਕ B1 ਬੇਸਿਸ ਲੈ ਲਿਆ ਆ ਕੈਪੀਟਲ ਵੈਕਟਰ ਸਪੇਸ V ਦਾ ਤੇ B2 ਬੇਸਿਸ ਲੈ ਲਏ ਆ W ਵੈਕਟਰ ਸਪੇਸ W ਦੇ, ਠੀਕ ਹੈ ਨਾ। ਤੋ ਦੋਨੋਂ ਆਪਣੇ ਕੋ ਵੈਕਟਰ ਸਪੇਸ ਨੇ ਉਹਨਾਂ ਦੇ ਬੇਸਿਸ ਲੈ ਲਏ ਨੇ। ਹੁਣ ਇਹਦੇ ਬੇਸਿਸ ਲੈਣ ਦਾ ਮਤਲਬ ਹੈ ਕਿ ਜਿੰਨੇ ਨੰਬਰ ਆਫ ਐਲੀਮੈਂਟ ਹੋਊਗੇ ਉਨੇ ਬੇਸਿਸ ਹੋਊਗੇ। ਹੁਣ ਸਾਨੂੰ ਗਿਵਨ ਕੀ ਦਿੱਤਾ ਸੀ, ਗਿਵਨ ਇਹ ਦਿੱਤਾ ਸੀ ਕਿ ਵੈਕਟਰ ਸਪੇਸ V ਹੈ ਓਵਰ ਦਾ ਫੀਲਡ F ਆਰ ਦਾ ਫਾਈਨਾਈਟ ਡਾਈਮੈਂਸ਼ਨ। ਮਤਲਬ ਕਿ V ਦੇ ਵਿੱਚ ਵੀ ਜਿਹੜੇ ਬੇਸਿਸ ਹੋਗੇ ਉਹ ਫਾਈਨਾਈਟ ਹੈ ਹੋਗੇ, W ਦੇ ਵਿੱਚ ਵੀ ਜਿਹੜੇ ਬੇਸਿਸ ਦੇ ਐਲੀਮੈਂਟ ਹੋਗੇ ਉਹ ਵੀ ਫਾਈਨਾਈਟ ਹੋਗੇ। ਤਾਂ ਆਪਾਂ ਲੈ ਲਿਆ B1 ਹੈ ਉਹ ਬੇਸਿਸ ਹੈ ਵੈਕਟਰ V ਦਾ ਤੇ ਉਹਦੇ ਵਿੱਚ ਫਾਈਨਾਈਟ ਨੰਬਰ ਆਫ ਐਲੀਮੈਂਟ ਹੈ। ਹੁਣ ਟੋਟਲ ਆਪਣੇ ਕੋਲ n ਐਲੀਮੈਂਟਸ ਨੇ। ਇਹਦੇ B2 ਆਪਣੇ ਕੋਲ ਵੈਕਟਰ ਬੇਸਿਸ ਹੈ W ਦਾ ਤੇ ਉਹਦੇ ਵਿੱਚ ਫਾਈਨਾਈਟ ਨੰਬਰ ਆਫ ਐਲੀਮੈਂਟ ਹੈ, ਕਿੰਨੇ ਆ m ਐਲੀਮੈਂਟਸ ਨੇ। ਹੁਣ ਇੱਥੇ ਡਾਈਮੈਂਸ਼ਨ ਆਫ V ਆਪਣੇ ਕੋ ਆ ਗਈ n ਤੇ ਡਾਈਮੈਂਸ਼ਨ ਆਫ W ਕਿੰਨੀ ਆ ਗਈ m। ਇਹ ਆਪਣੇ ਕੋ ਬੇਸਿਸ ਦੇ ਨਾਲ ਪਤਾ ਲੱਗ ਗਿਆ। ਹੁਣ ਜਿਹੜੀ ਆਪਾਂ ਮੈਪਿੰਗ ਲਈ ਹੈ ਡਿਫਾਈਨ, ਆਪਾਂ ਇੱਕ ਮੈਪਿੰਗ ਡਿਫਾਈਨ ਕਰ ਰਹੇ ਹਾਂ। ਕਿੱਦਾਂ ਦੀ ਮੈਪਿੰਗ ਹੈ, ਉਹੀ ਮੈਪਿੰਗ ਹੈ ਜਿਹੜੀ V ਤੋਂ W ਨੂੰ ਜਾ ਰਹੀ ਹੈ ਬਟ I ਦੀ ਵੈਲਿਊ ਚੇਂਜ ਹੋ ਰਹੀ 1 ਤੋਂ ਲੈ ਕੇ n ਦੇ ਵਿੱਚ, J ਦੀ ਵੈਲਿਊ ਚੇਂਜ ਹੋ ਰਹੀ 1 ਤੋਂ ਲੈ ਕੇ m ਦੇ ਵਿੱਚ। ਜੇ ਇਸ ਤਰ੍ਹਾਂ ਦੀ ਮੈਪਿੰਗ, ਹੋਰ ਉਹਨਾਂ ਨੇ ਕਿਹਾ ਕਿ ਜਿਹੜਾ TIG VP ਹੈ, ਹੁਣ
ਹੁਣ VP ਕਿਹਦਾ ਐਲੀਮੈਂਟ ਹੋਏਗਾ, ਉਹ B1 ਬੇਸਿਸ ਦਾ ਐਲੀਮੈਂਟ ਹੋਏਗਾ। VP ਕਿਹਦਾ ਐਲੀਮੈਂਟ ਹੋਏਗਾ, B1 ਬੇਸਿਸ ਦਾ। ਠੀਕ ਹੈ ਜੀ, VP ਕਿਹਦਾ ਐਲੀਮੈਂਟ ਹੋਏਗਾ, B1 ਦਾ। ਹੁਣ ਅਗਰ B1 ਦੇ ਐਲੀਮੈਂਟ ਜਾਂ ਵੈਕਟਰ ਸਪੇਸ V ਦਾ ਐਲੀਮੈਂਟ ਦੇ ਵਿੱਚ ਆਪਾਂ ਮੈਪਿੰਗ ਲਗਾਉਂਦੇ ਹਾਂ ਤਾਂ ਕਿਹਦੇ ਵਿੱਚ ਜਾਏਗੀ, W ਵੈਕਟਰ ਸਪੇਸ ਦੇ ਵਿੱਚ ਜਾਏਗੀ। ਤੇ ਮਤਲਬ WJ ਹੋ ਜਾਏਗਾ। ਜੇ I ਤੇ P ਆਪਣੇ ਕੋਲ ਦੋਨੋਂ ਬਰਾਬਰ ਹੋਊਗੇ ਤਾਂ ਆਪਾਂ ਮੈਪਿੰਗ ਆਪਣੇ ਕੋਲ WJ ਹੈ। ਜੇਕਰ I ਤੇ P ਦੋਨੋਂ ਬਰਾਬਰ ਨਹੀਂ ਹੋਗੀ ਤਾਂ ਮੈਪਿੰਗ ਆਪਣੇ ਕੋਲ 0 ਹੋਏਗੀ। ਹੁਣ ਇਹ ਜਿਹੜੀ ਆਪਾਂ ਡਿਫਾਈਨ ਕੀਤੀ ਹੈ ਮੈਪਿੰਗ, ਆ ਜੀ ਡਿਫਾਈਨ ਕੀਤੀ ਗਈ ਜਿਹੜੀ ਮੈਪਿੰਗ ਆ, ਹੁਣ ਆਪਾਂ ਇਹਨੂੰ ਪ੍ਰੂਵ ਕਰਨਾ ਹੈ ਕਿ ਲੀਨੀਅਰ ਟਰਾਂਸਫੋਰਮੇਸ਼ਨ ਹੈ। ਅਗਰ ਇਹ ਲੀਨੀਅਰ ਟਰਾਂਸਫੋਰਮੇਸ਼ਨ ਹੋ ਗਈ ਫਿਰ ਉਹ ਇਸ ਸੈੱਟ ਨੂੰ ਬਿਲੋਂਗ ਕਰ ਜਾਏਗੀ, ਔਰ ਇਸ ਸੈੱਟ ਨੂੰ ਬਿਲੋਂਗ ਕਰ ਗਈ ਤਾਂ ਸਾਡੇ ਕੋਲ ਇਹ ਪ੍ਰੂਫ ਹੋ ਜਾਏਗਾ ਕਿ ਆਪਣੇ ਕੋ ਫਾਈਨਾਈਟ ਡਾਈਮੈਂਸ਼ਨਸ ਹੈਗੇ ਐਲੀਮੈਂਟ, ਉਹਦੇ ਕੋਲ ਫਾਈਨਾਈਟ ਨੰਬਰ ਆਫ ਐਲੀਮੈਂਟ ਹੋ ਗਏ, ਫਾਈਨਾਈਟ ਨੰਬਰ ਆਫ ਬੇਸਿਸ ਹੋ ਗਏ, ਤੇ ਆਪਣੇ ਕੋ ਫਾਈਨਾਈਟ ਡਾਈਮੈਂਸ਼ਨ ਹੋ ਜਾਏਗੀ। ਫਸਟਲੀ ਆਪਾਂ ਪ੍ਰੂਵ ਕਰਨਾ ਹੈ ਕਿ ਜਿਹੜੀ ਮੈਪਿੰਗ ਦਿੱਤੀ ਹੋਈ ਹੈ TIJ ਉਹ ਲੀਨੀਅਰ ਟਰਾਂਸਫੋਰਮੇਸ਼ਨ ਹੈ। ਹੁਣ ਪਤਾ ਹੈ ਕਿ ਅਗਰ ਆਪਾਂ ਕਿਸੇ ਚੀਜ਼ ਨੂੰ ਲੀਨੀਅਰ ਟਰਾਂਸਫੋਰਮੇਸ਼ਨ ਪ੍ਰੂਵ ਕਰਨਾ ਹੈ ਤੇ V ਕੋਈ ਸੈੱਟ ਹੈ, V ਸੈੱਟ ਦੇ ਵਿੱਚੋਂ ਆਪਾਂ ਦੋ ਐਲੀਮੈਂਟ ਲੈ ਲਏ x1 ਤੇ x2, ਦੋ ਐਲੀਮੈਂਟ ਲੈ ਲਏ। ਆਪਾਂ ਫੀਲਡ ਹੈ, ਫੀਲਡ ਦੇ ਵਿੱਚੋਂ ਵੀ ਦੋ ਲੈ ਲਏ, F ਲੈ ਲਈਏ, ਉਹਦੇ ਚੋਂ ਅਲਫਾ ਤੇ ਬੀਟਾ ਦੋ ਸਕੇਲਰਸ ਲੈ ਲਏ। ਠੀਕ ਹੈ ਜੀ, ਅਲਫਾ ਬੀਟਾ ਦੋ ਸਕੇਲਰਸ ਲੈ ਲਏ ਨੇ, x1 x2 ਆਪਾਂ ਵੈਕਟਰ ਸਪੇਸ V ਦੇ ਵਿੱਚੋਂ ਐਲੀਮੈਂਟ ਲੈ ਲਏ ਨੇ। ਹੁਣ ਮੈਨੂੰ ਪਤਾ ਹੈ ਕਿ ਅਗਰ B1 ਬੇਸਿਸ ਹੈ, ਕਿਹਦਾ ਹੈ ਬੇਸਿਸ, ਵੈਕਟਰ ਸਪੇਸ V ਦਾ, ਤੇ ਇਟ ਮੀਨਸ ਕਿ ਜਿੰਨੇ ਵੀ B1 ਦੇ ਐਲੀਮੈਂਟ ਹੈ ਉਹਨੂੰ ਐਕਸਪ੍ਰੈਸ ਕਰ ਸਕਦਾ ਲੀਨੀਅਰ ਸਪੈਨ ਆਫ, ਜੇ ਮਤਲਬ ਕਿ ਜਿੰਨੇ ਵੀ ਐਲੀਮੈਂਟ ਹੈ ਵੈਕਟਰ ਸਪੇਸ ਦੇ ਵਿੱਚ ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ ਸਮੀਸ਼ਨ ਆਫ ਜਿੰਨੇ ਵੀ ਐਲੀਮੈਂਟ ਹੈ B1 ਦੇ ਉਹਨਾਂ ਦੇ ਲੀਨੀਅਰ ਕੰਬੀਨੇਸ਼ਨ ਦੇ। ਇਟ ਮੀਨਸ ਕਿ B1 ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਹੈ, V1 V2 ਤੋਂ ਲੈ ਕੇ Vn ਤੱਕ, ਤੇ ਮੈਂ ਆਪਣੇ ਕੋਲ ਲੈ ਸਕਦਾ ਕਿ ਆਪਣੇ ਕੋਲ ਅਲਫਾ P Vp ਤੇ P ਦੀ ਵੈਲਿਊ ਆਪਣੇ ਕੋਲ ਜਾ ਰਹੀ ਹੈ 1 ਤੋਂ ਲੈ ਕੇ n ਤੱਕ। ਮੈਂ ਡੈਫੀਨੇਸ਼ਨ ਅਪਲਾਈ ਕਰ ਦਿੱਤੀ ਕਿ ਅਗਰ ਕੋਈ B1 ਬੇਸਿਸ ਹੈ ਵੈਕਟਰ ਸਪੇਸ, B1 ਬੇਸਿਸ ਹੈ ਵੈਕਟਰ ਸਪੇਸ V ਦਾ, ਤੇ ਮੈਂ ਕੋਈ ਵੀ ਵੈਕਟਰ ਸਪੇਸ ਦਾ ਐਲੀਮੈਂਟ ਲਊਂਗਾ ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ that is a linear combination of the element of the B1. Linear combination of the element of the B1 it means equal to ਹੋ ਗਿਆ summation of P1 ਤੋਂ ਲੈ ਕੇ n ਤੱਕ alpha P Vp। ਆਪਾਂ ਇੱਥੇ ਡੈਫੀਨੇਸ਼ਨ ਯੂਜ਼ ਕਰ ਲਈ ਬੇਸਿਸ ਦੀ। ਇੱਦਾਂ ਹੀ ਮੈਂ ਕਹਿ ਰਿਹਾ ਕਿ x2 ਵੀ ਕੋਈ ਐਲੀਮੈਂਟ ਹੈ, ਜਿਵੇਂ x1 ਨੂੰ ਐਕਸਪ੍ਰੈਸ ਕੀਤਾ ਉਹਦੇ ਹੀ x2 ਨੂੰ ਵੀ ਐਕਸਪ੍ਰੈਸ ਕਰ ਸਕਦਾ, that is a beta P, ਸਕੇਲਰ ਬਦਲ ਜਾਏਗਾ ਬਸ, alpha P ਦੀ ਥਾਂ ਹੁਣ beta P ਆ ਜਾਏਗਾ, Vp ਸੇਮ ਆਪਣੇ ਕੋ P1 ਤੋਂ ਲੈ ਕੇ n ਤੱਕ। ਹੁਣ ਅਗਰ x1 ਵੀ ਆਪਣੇ ਕੋ ਵੈਕਟਰ V ਨੂੰ ਬਿਲੋਂਗ ਕਰ ਰਿਹਾ ਸੀ, x2 ਵੀ ਆਪਣੇ ਕੋ ਵੈਕਟਰ V ਨੂੰ ਬਿਲੋਂਗ ਕਰ ਰਿਹਾ, ਇਟ ਮੀਨਸ ਕਿ ਅਲਫਾ x1 ਪਲੱਸ ਬੀਟਾ x2 ਵੀ ਬਿਲੋਂਗ ਕਰੇਗਾ V ਸੈੱਟ ਨੂੰ। ਇਹ ਜ਼ਰੂਰ ਯਾਦ ਰੱਖਣਾ, ਜੇ x1 V ਵੈਕਟਰ ਸਪੇਸ ਨੂੰ ਬਿਲੋਂਗ ਕਰ ਰਿਹਾ, x2 V ਵੈਕਟਰ ਸਪੇਸ ਨੂੰ ਬਿਲੋਂਗ ਕਰ ਰਿਹਾ, ਤੇ ਅਲਫਾ x1 ਪਲੱਸ ਬੀਟਾ x2 ਵੀ V ਵੈਕਟਰ ਸਪੇਸ ਨੂੰ ਬਿਲੋਂਗ ਕਰੇਗਾ। ਅਗਰ ਇਹ B ਵੈਕਟਰ ਸਪੇਸ ਨੂੰ ਬਿਲੋਂਗ ਕਰੇਗਾ ਤਾਂ ਆਪਾਂ ਸੋਲਵ ਕਰ ਲੈਂਦੇ ਹਾਂ, ਅਲਫਾ x1 ਪਲੱਸ ਬੀਟਾ x2, ਤੇ ਆਪਾਂ x1 ਦੀ ਵੈਲਿਊ ਪੁੱਟ ਕਰ ਦਿੱਤੀ, ਆਪਣੇ ਕੋਲ ਸਮੀਸ਼ਨ ਆ ਗਿਆ P1 ਤੋਂ ਲੈ ਕੇ n ਤੱਕ ਅਲਫਾ P Vp ਪਲੱਸ ਸਮੀਸ਼ਨ ਆਫ P1 ਤੋਂ ਲੈ ਕੇ n ਤੱਕ ਬੀਟਾ P ਐਂਡ Vp। ਹੁਣ ਮੈਨੂੰ ਪਤਾ ਹੈ ਅਲਫਾ ਵੀ ਸਕੇਲਰ ਹੈ, ਬੀਟਾ ਵੀ ਸਕੇਲਰ ਹੈ, ਇਹਨੂੰ ਅੰਦਰ ਲੈ ਗਏ ਤੇ ਦੋਨੋਂ ਸਕੇਲਰ ਆਪਸ ਵਿੱਚ ਮਲਟੀਪਲਾਈ ਕਰੋਗੇ ਤੇ ਤਾਂ ਵੀ ਸਕੇਲਰ ਹੈ, ਤੇ ਬ੍ਰੈਕਟ ਚ ਪਾ ਲੇ, ਤੇ ਅਲਫਾ ਵੀ ਆਪਣੇ ਕੋਲ ਇੱਕ ਸਕੇਲਰ ਹੋ ਗਿਆ ਮਲਟੀਪਲ ਸਕੇਲਰ, ਔਰ Vp ਇੱਧਰ ਰਹਿ ਗਿਆ, ਬੀਟਾ P ਮਲਟੀਪਲ ਸਕੇਲਰ ਹੋ ਗਿਆ Vp ਤੇ। ਹੁਣ ਇਹਨਾਂ ਦੋਨਾਂ ਸਮੀਸ਼ਨ ਚ ਦੇਖੋ, ਇਹਨਾਂ ਦੋਨਾਂ ਟਰਮ ਚ Vp ਕਾਮਨ ਹੈ ਤੇ ਸਮੀਸ਼ਨ ਵੀ ਕਾਮਨ ਹੈ, ਮੈਂ ਸਮੀਸ਼ਨ ਕਾਮਨ ਲੈ ਲਿਆ, ਸਮੀਸ਼ਨ P1 ਤੋਂ ਲੈ ਕੇ n, Vp ਕਾਮਨ ਲੈ ਲਿਆ, ਔਰ ਜੋ ਬ੍ਰੈਕਟ ਦੇ ਵਿੱਚ ਸੀ ਅਲਫਾ P ਪਲੱਸ ਬੀਟਾ P। ਹੁਣ ਮੇਰੇ ਕੋਲ ਇਹ ਐਕਸਪ੍ਰੈਸ ਹੋ ਗਿਆ। ਹੁਣ ਆਲਸੋ ਹੁਣ TIJ ਦੇਖੋ, ਹੁਣ ਮੇਰੇ को पता है कि अगर मैं अल्फा x प्लस बीटा Vp V ਦਾ एलिमेंट है तो मैं जे इस एलिमेंट ਤੇ मैपिंग लगाऊंगा अल्फा x1 प्लस बीटा x2, ਇਹਦੇ ਤੇ ਮੈਪਿੰਗ ਲਗਾਉਂਗਾ ਤੇ ਕਿਹਦੇ ਵਿੱਚ ਚਲਾ ਜਾਏਗਾ, ਇਹ ਚਲਾ ਜਾਏਗਾ W ਸੈੱਟ ਦੇ ਵਿੱਚ। ਇਹ ਕਿਹਦੇ ਵਿੱਚ ਚਲਾ ਜਾਏਗਾ, ਜਦੋਂ ਮੈਂ T ਮੈਪਿੰਗ ਲਗਾਉਂਗਾ ਇਸ ਐਲੀਮੈਂਟ ਤੇ ਜਿਹੜਾ ਵੈਕਟਰ ਸਪੇਸ V ਦਾ ਹੈ ਤੇ ਉਹ ਕਿਹਦੇ ਵਿੱਚ ਚਲ ਜਾਏਗਾ, W ਦੇ ਵਿੱਚ ਚਲੇ ਜਾਏਗਾ। ਹੁਣ ਮੈਂ ਉਹੀ ਚੀਜ਼ ਦੇਖ ਰਿਹਾ, ਹੁਣ ਇਹਦੇ ਵਿੱਚ ਮੈਪਿੰਗ ਕਿਹੜੀ ਲਈ ਹੋਈ ਹੈ, TIJ ਮੈਪਿੰਗ ਲਈ ਹੋਈ ਹੈ, ਕਿਹੜੀ ਆ V ਤੋਂ W ਦੇ ਵਿੱਚ ਜਾ ਰਹੀ ਹੈ, ਤੇ TIJ VP। ਹੁਣ TIJ ਮੈਪਿੰਗ ਲਗਾ ਦਿੱਤੀ ਔਨ ਬੋਥ ਦਾ ਸਾਈਡ ਤੇ ਮੈਪਿੰਗ ਲਗਾ ਦਿੱਤੀ। ਪਹਿਲੇ ਮੈਂ x1 ਤੇ ਲਗਾਉਂਗਾ ਇਹਦੇ ਤੇ,
ਤੇ ਜੇ ਮੈਂ TIJ x1 ਤੇ ਲਗਾਈ ਤੇ TIJ ਇੱਧਰ ਰਹੇਗਾ ਸਮੀਸ਼ਨ ਅਲਫਾ ਪੀ VP। ਹੁਣ ਸਮੀਸ਼ਨ ਬਾਹਰ ਆ ਜਾਏਗਾ, ਅਲਫਾ ਪੀ ਵੀ ਬਾਹਰ ਆ ਜਾਏਗਾ ਤੇ TIJ VP ਕੀ ਹੋਏਗਾ? ਉਹਨਾਂ ਨੇ ਕਿਹਾ ਕਿ TIJ VP ਅਗਰ I ਤੇ P ਅਗਰ ਇਕੁਅਲ ਹੈਗੇ ਆ ਤੇ WJ ਅਗਰ I ਤੇ P ਇਕੁਅਲ ਨਹੀਂ ਹੈਗੇ ਤੇ 0। ਹੁਣ ਇੱਥੇ I ਤੇ P ਦੋਨੋਂ ਇਕੁਅਲ ਨੇ ਤੇ ਇਟ ਮੀਨਸ ਕਿ ਆਪਣੇ ਕੋਲ WJ ਹੋ ਜਾਣਾ ਬਾਈ ਦਾ ਡੈਫੀਨੇਸ਼ਨ ਆਫ TIJ। ਹੁਣ ਉਸ ਤੋਂ ਬਾਅਦ ਹੈ, ਇਸ ਤੋਂ ਬਾਅਦ ਇੱਦਾਂ ਹੀ ਆਪਾਂ ਲਗਾ ਦੇਣਾ TIJ x2 ਤੇ TIJ x2 ਤੇ ਲਗਾ ਦੇਣਾ। ਫਿਰ ਸਮੀਸ਼ਨ ਆਏ ਨਾ TIJ ਸਮੀਸ਼ਨ P1 ਤੇ ਲੈ ਕੇ ਐਨ ਤੱਕ बीटा P और VP। ਹੁਣ बीटा V ਤੇ VP ਲਗਾ ਦਿੱਤੇ ਆ ਜੀ। ਹਾਂਜੀ ਇੱਥੇ TIJ बीटा V ਤੇ VP ਲਗਾ ਦਿੱਤੀ ਹੈ। ਹੁਣ ਮੈਨੂੰ ਪਤਾ ਕਿ बीटा P ਸਮੀਸ਼ਨ ਬਾਹਰ ਆ ਜਾਏਗਾ ਤੇ बीटा P ਆਪਣੇ ਕੋ ਕੀ ਆ ਜਾਏਗਾ? बीटा I ਤੇ WJ। ਹੁਣ बीटा I ਤੇ WJ ਦੇ ਆਰ ਦ डिफरेंट अगर I ਤੇ P इक्वल ने फिर अपने को आएगा WJ। अगर I ਤੇ P इक्वल नहीं है फिर अपने को आएगा 0। ये भी ਆਪਾਂ ਡੈਫੀਨੇਸ਼ਨ ਲਗਾਈ ਹੈ ਜੀ ਇੱਥੇ, ਧਿਆਨ ਨਾਲ ਦੇਖ ਲੈਣਾ। ਜਦੋਂ ਸਮੀਸ਼ਨ ਆਫ बीटा P ਲਗਾ ਦਾਂਗੇ P ਤੇ I, ਹੁਣ P ਚੇਂਜ ਹੋ ਰਹੀ ਹੈ, ਮੈਂ ਇਸ ਚੀਜ਼ ਨੂੰ ਓਪਨ ਕਰ ਰਿਹਾ, ਅਗਰ ਮੈਂ ਓਪਨ ਕਰਦਾ ਤੇ ਕਿੱਦਾਂ ਆਏਗੀ? ਕਨਫਿਊਜ਼ ਨਹੀਂ ਹੋਣਾ। कितना आएगा? बीटा 1 V1, बीटा 2 V2, बीटा 3 V3, बीटा 4 V4 एंड सो ऑन, बीटा I VI एंड सो ऑन बीटा N VN। ਹੁਣ बीटा I VI है, ਹੁਣ बीटा I ਤਾਂ ਇੱਦਾਂ ਹੀ ਰਹੇਗਾ, ਜਦੋਂ TIJ VI ਨੂੰ ਲੱਗੂਗਾ ਤੇ WJ ਆ ਜਾਏਗਾ। ਇਹ ਯਾਦ ਰੱਖਿਓ, ਨਹੀਂ ਤਾਂ ਮੈਂ ਐਕਸਪ੍ਰੈਸ ਕਰ ਦਿੰਦਾ, ਕੋਈ ਵੱਡੀ ਗੱਲ ਨਹੀਂ ਹੈ। ਤੇ ਆਪਣੇ ਕੋ ਕੀ ਬਣੇਗਾ? इधर बनेगी आप मैं खोल देना, दैट इज बीटा 1 V1 प्लस बीटा 2 V2 प्लस बीटा 3 V3 एंड सो ऑन बीटा I VI प्लस एंड सो ऑन बीटा N VN। ये ओपन कर ਦਿੱਤੀ मैं, ये ओपन की है सिर्फ लीनियर ਕੰਬੀਨੇਸ਼ਨ। ਹੁਣ ਜਦੋਂ मैं ਇਹਦੇ ਤੇ मैपिंग लगा दूंगा, मैपिंग लगाऊंगा TIJ पूरे ਤੇ, ਹੁਣ TIJ मैपिंग लगा दूंगा। ਹੁਣ देखो ध्यान नाल की दे देना, ध्यान नाल देखो इत्थे ਹੁਣ TIJ बीटा V1। ਹੁਣ अगर I ਤੇ J ਹੁਣ दोनों डिफरेंट हो गए, इत्थे 1 है इत्थे I है ਤੇ अपने को की हो गया? नॉट इक्वल टू, मतलब ये 0 होगी, ये भी टर्म 0 होगी, ये भी टर्म 0 होगी एंड सो सारी टर्म 0 होगी। ਹੁਣ बीटा I, ਹੁਣ ਇੱਥੇ ਵੀ IJ ਹੈ ਤੇ बीटा I ਹੈ, I P ਦੇ ਬਰਾਬਰ ਹੋਗੀ। ਇਟ ਮੀਨਸ ਕਿ T VI ਨੂੰ ਆਪਾਂ WJ ਲਿਖ ਸਕਦੇ ਹਾਂ, T VI ਨੂੰ WJ ਲਿਖ ਦਿੱਤਾ। ਹੁਣ ਬਾਕੀ ਸਾਰੀ ਟਰਮ 0 ਤੇ ਬਚਿਆ ਕਿ बीटा I WJ ਬਾਈ ਦਾ ਡੈਫੀਨੇਸ਼ਨ। ਹੁਣ ਉਸ ਤੋਂ ਬਾਅਦ ਕੀ ਕੀਤਾ? ਜਦੋਂ ਹੁਣ ਆਪਾਂ ਮੈਪਿੰਗ ਲਗਾ ਦਿੱਤੀ ਸੀ, ਜਿਹੜਾ ਅਲਫਾ x1 ਪਲਸ ਬੀਟਾ x2 ਆ ਉਹ ਵੈਕਟਰ ਸਪੇਸ ਦਾ V ਦਾ ਐਲੀਮੈਂਟ ਹੈ, ਤੇ ਜਦੋਂ ਉਹਦੇ ਤੇ ਮੈਪਿੰਗ ਲਗਾਵਾਂਗੇ ਆਪਾਂ ਪ੍ਰੂਫ ਕਰਨਾ ਕਿ W ਦਾ ਐਲੀਮੈਂਟ ਹੈ। ਤਾਂ ਆਪਾਂ ਲਗਾ ਦਿੱਤੀ TIJ ਆਪਣੇ ਕੋ ਕੀ ਹੈ? ਅਲਫਾ P ਪਲਸ बीटा P VP। ਹੁਣ ਵੈਲਿਊ ਪੁੱਟ ਕਰ ਦਿੱਤੀ। ਹੁਣ ਅਲਫਾ P ਤਾਂ ਇੱਦਾਂ ਹੀ ਰਹੇਗਾ, ਪਲਸ बीटा P ਹੈ, ਮਲਟੀਪਲਾਈ ਕਰ ਦਿੱਤੀ। ਹੁਣ ਦੇਖੋ ਜਦੋਂ P ਦੀ ਵੈਲਿਊ I ਦੇ ਬਰਾਬਰ ਹੋਏਗੀ, बीटा I ਵੀ P ਦੀ ਵੈਲਿਊ I ਦੇ ਬਰਾਬਰ ਹੋਏਗੀ, ਤਾਂ ਹੀ ਆਪਣੇ ਕੋ ਜਿਹੜਾ VP ਹੈ ਉਹ WJ ਦੇ ਵਿੱਚ ਚੇਂਜ ਹੋਏਗਾ। ਠੀਕ ਹੈ ਜੀ, ਇਹ ਯਾਦ ਰੱਖਣਾ ਕਿ ਆਪਣੇ ਕੋ ਰਿਜ਼ਲਟ ਹੈ ਕਿ TIJ V of P WJ ਦੇ ਉਦੋਂ ਹੀ ਬਰਾਬਰ ਹੋਏਗੀ ਇਫ ਜਦੋਂ I ਤੇ P ਦੋਨੋਂ ਬਰਾਬਰ ਹੋਣਗੇ। I ਤੇ P ਬਰਾਬਰ ਹੋ ਗਏ, ਇਟ ਮੀਨਸ ਕਿ VP ਆਫ, ਜਦੋਂ ਆਪਾਂ ਮੈਪਿੰਗ ਲਾਂਗੇ TIJ ਔਨ VP ਤੇ ਉਹ WJ ਦੇ ਬਰਾਬਰ ਹੋਏਗੀ। ਤੇ ਆਪਾਂ ਇੱਥੇ ਲਿਖ ਦੇਣਾ ਕਿ ਉਹ VP ਹੈ, ਦੈਟ ਇਜ਼ WJ ਆ ਗਿਆ। ਅਲਫਾ I ਪਲਸ बीटा I, ਉਹਨੇ ਮਲਟੀਪਲਾਈ ਕਰ ਦਿੱਤੇ, ਇਹਨਾਂ ਨੂੰ ਅਲਫਾ ਨੂੰ ਬਾਹਰ ਕੱਢ ਲਿਆ, ਅਲਫਾ I ਤੇ WJ ਪਲਸ बीटा ਨੂੰ ਬਾਹਰ ਕੱਢ ਲਿਆ, बीटा I ਤੇ WJ। ਹੁਣ ਇਹ ਕਿਹਦੇ ਇਕੁਅਲ ਸੀਗਾ? ਆਪਾਂ ਸੈਪਰੇਟਲੀ ਲਿਖ ਦੇਣਾ। ਇਹ ਕਿਹਦੇ ਇਕੁਅਲ ਸੀਗਾ? ਆ ਵਾਲੇ ਰਿਜ਼ਲਟ ਦੇ ਇਕੁਅਲ ਸੀ, ਆਪਾਂ ਪੁੱਟ ਕਰ ਦੇਣਾ ਤੇ ਸਾਡੇ ਕੋਲ ਆ ਗਿਆ ਅਲਫਾ TIJ x1 ਪਲਸ बीटा TIJ x2। ਤੇ ਕਿਹਨੂੰ ਬਿਲੋਂਗ ਕਰੇਗਾ? ਇਹ ਲੀਨੀਅਰ ਟਰਾਂਸਫੋਰਮੇਸ਼ਨ ਹੋ ਗਈ। ਇਹ ਆਪਾਂ ਨੂੰ ਇਹ ਪ੍ਰੂਫ ਹੋ ਗਿਆ ਹੁਣ ਕਿ TIJ ਹੈ ਦੈਟ ਇਜ਼ ਅ ਲੀਨੀਅਰ ਟਰਾਂਸਫੋਰਮੇਸ਼ਨ ਹੈ, ਉਹ ਕਿੱਥੋਂ ਦੀ ਕਿੱਥੇ ਜਾ ਰਹੀ ਹੈ? V to W ਨੂੰ ਜਾ ਰਹੀ ਹੈ। ਇਹ ਡਿਫਾਈਨ ਹੋ ਚੁੱਕਿਆ ਹੈ ਕਿ ਜਿਹੜੀ ਲੀਨੀਅਰ ਟਰਾਂਸਫੋਰਮੇਸ਼ਨ ਦੀ ਜਿਹੜੀ ਮੈਪਿੰਗ ਦੀ ਗੱਲ ਕਰ ਰਹੇ ਸੀ ਉਹ ਇੱਕ ਲੀਨੀਅਰ ਟਰਾਂਸਫੋਰਮੇਸ਼ਨ ਹੈ,
ਇਟ ਮੀਨਸ ਕਿ ਉਹ ਕਿਹੜੇ ਸੈੱਟ ਨੂੰ ਬਿਲੋਂਗ ਕਰ ਗਿਆ, ਉਹ ਇਸ ਸੈੱਟ ਨੂੰ ਬਿਲੋਂਗ ਕਰੇਗਾ। ਵੈਰੀ ਇੰਪੋਰਟੈਂਟ ਹੈ। ਅਗਰ ਕੋਈ ਵੀ ਮੈਪਿੰਗ ਲੀਨੀਅਰ ਟਰਾਂਸਫੋਰਮੇਸ਼ਨ ਹੈ ਤੇ ਉਹ ਕਿਸ ਸੈੱਟ ਨੂੰ ਬਿਲੋਂਗ ਕਰੇਗੀ, LVW ਵਾਲੇ ਸੈੱਟ ਨੂੰ ਬਿਲੋਂਗ ਕਰੇਗੀ। ਤੇ LVW ਆਪਣੇ ਕੋ ਕੀ ਹੈ, ਵੈਕਟਰ ਸਪੇਸ ਹੈ। ਹੁਣ ਉਸ ਤੋਂ ਬਾਅਦ ਸਾਡੇ ਕੋਲ ਇਹ ਤਾਂ ਪ੍ਰੂਫ ਹੋ ਗਿਆ ਕਿ ਜਿਹੜੀ ਮੈਪਿੰਗ ਹੈ ਆਪਣੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਹੈ। ਹੁਣ ਆਪਾਂ ਇਹ ਪ੍ਰੂਵ ਕਰਨਾ ਹੈ ਕਿ ਉਹ ਲੀਨੀਅਰਲੀ ਇੰਡੀਪੈਂਡੈਂਟ ਹੈ ਕਿ ਨਹੀਂ ਹੈ। ਸੈਕਿੰਡ ਸਟੈਪ ਆਂਦਾ ਪ੍ਰੂਵ ਦੈਟ ਕਿ ਉਹ ਲੀਨੀਅਰਲੀ ਇੰਡੀਪੈਂਡੈਂਟ ਹੈ ਕਿ ਨਹੀਂ ਹੈ। ਠੀਕ ਹੈ, ਹੁਣ ਆਪਾਂ ਕੀ ਕਰਨਾ, ਨਾਓ ਇਫ ਵੀ ਫਿਕਸ, ਅਗਰ ਆਪਾਂ j ਨੂੰ ਫਿਕਸ ਕਰ ਦਿੰਦੇ, i ਨੂੰ ਵੇਰੀ ਕਰਦੇ, ਮਤਲਬ j ਉਸੇ ਤਰ੍ਹਾਂ ਚਲੇਗਾ, i ਚੇਂਜ ਹੁੰਦਾ ਰਹੇਗਾ। ਜਿਵੇਂ i ਕਿੱਦਾਂ ਚੇਂਜ ਹੋਏਗਾ, ਹੁਣ tij ਦੇ ਵਿੱਚ ਆਪਣੇ ਕੋ i ਚੇਂਜ ਹੋਏਗਾ, ਕਿੱਦਾਂ ਰਹੇਗਾ, t1j, t2j, t3j, tnj, ਮਤਲਬ ਕਿ n ਲੀਨੀਅਰ ਟਰਾਂਸਫੋਰਮੇਸ਼ਨ ਹੋਣਗੀਆਂ ਜਿਹਦੇ ਵਿੱਚ j ਵੇਰੀ ਕਰੇਗਾ ਫਰੋਮ 1 to m ਦੇ ਵਿੱਚ, ਐਂਡ m ਅਗਰ ਆਪਣੇ ਕੋ j ਵੇਰੀ ਕਰਾਵਾਂਗੇ ਤੇ j ਚੇਂਜ ਹੋਏਗਾ, ਉਹਦੇ ਵਿੱਚ ਮੈਪਿੰਗ ਕਿੱਦਾਂ ਦੀ ਹੋਏਗੀ, ti1, ti2, ti3, ti4, ਇਹ ਉਹਦੇ ਵਿੱਚ m ਵੇਰੀ ਕਰਾਂਗੇ ਤੇ ਟੋਟਲ ਨੰਬਰ ਆਫ ਟਰਾਂਸਫੋਰਮੇਸ਼ਨ ਕੀ ਹੋ ਜਾਏਗੀ, m into n ਹੋ ਜਾਣਗੀ। ਇਹ ਜ਼ਰੂਰ ਯਾਦ ਰੱਖਣਾ। ਅਗਰ ਆਪਾਂ ਸਿਰਫ i ਨੂੰ ਚੇਂਜ ਕਰਦੇ, j ਨੂੰ ਫਿਕਸ ਕਰਦੇ ਤੇ ਟੋਟਲ ਆਪਣੇ ਕੋਲ ਨੰਬਰ ਆਫ n ਟਰਾਂਸਫੋਰਮੇਸ਼ਨ ਆਏਗੀ। ਅਗਰ ਆਪਾਂ j ਨੂੰ ਫਿਕਸ ਕਰ j ਨੂੰ ਵੇਰੀ ਕਰਾ ਦਿੰਦੇ ਤੇ ਸਾਡੇ ਕੋਲ n into m ਟਰਾਂਸਫੋਰਮੇਸ਼ਨ ਆ ਜਾਏਗੀ। ਤੇ ਹੁਣ ਆਪਾਂ ਪ੍ਰੂਫ ਕਰਨਾ ਹੈ ਕਿ ਜਿਹੜੀ m into n ਟਰਾਂਸਫੋਰਮੇਸ਼ਨ ਹੈ ਲੀਨੀਅਰ ਟਰਾਂਸਫੋਰਮੇਸ਼ਨ, ਉਹ ਬੇਸਿਸ ਬਣਾ ਰਹੀ ਹੈ LVW ਦੇ। ਆਪਾਂ ਇਹ ਪ੍ਰੂਫ ਕਰਨਾ ਕਿ ਜਿਹੜਾ m into n ਲੀਨੀਅਰ ਟਰਾਂਸਫੋਰਮੇਸ਼ਨਸ ਨੇ ਉਹ ਬੇਸਿਸ ਬਣਾ ਰਹੀਆਂ, ਕਿਹਦੀਆਂ ਬੇਸਿਸ ਬਣਾ ਰਹੀਆਂ, LVW ਦੇ। ਆਪਾਂ ਇਹ ਪ੍ਰੂਫ ਕਰਨਾ ਹੈ। ਹੁਣ ਦੇਖੋ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਫ ਕਰਨ ਦੇ ਲਈ ਆਪਾਂ, ਮੈਨੂੰ ਪਤਾ ਹੈ ਕਿ ਬਾਈ ਡੈਫੀਨੇਸ਼ਨ ਅਗਰ ਕਿਸੇ ਸੈੱਟ ਨੂੰ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਫ ਕਰਨਾ, ਇਟ ਮੀਨਸ ਕਿ ਜਿੰਨੇ ਵੀ ਅਲਫਾ ਆਈਜ਼ ਨੇ ਉਹ ਸਾਰੇ ਜ਼ੀਰੋ ਹੋਣੇ ਚਾਹੀਦੇ। ਜਿੰਨੇ ਵੀ ਅਲਫਾ ਆਈਜ਼, ਜਿੰਨੇ ਵੀ ਸਕੇਲਰ ਪ੍ਰੋਡਕਟਸ ਨੇ, ਸਕੇਲਰ ਨੇ, ਉਹ ਸਾਰੇ ਜ਼ੀਰੋ ਦੇ ਇਕੁਅਲ ਹੋਊਗੇ, ਤਾਂ ਹੀ ਉਹ ਸੈੱਟ ਆਪਣੇ ਕੋਲ ਲੀਨੀਅਰਲੀ ਇੰਡੀਪੈਂਡੈਂਟ ਹੋਏਗਾ। ਮੈਂ ਲੈ ਲੈਂਦਾ ਕਿ ਟੂ ਸ਼ੋ linearly independent, let ij alpha ij be the set of m n scalars, m into n scalars ਨੇ alpha ij। ਹੁਣ i ਜਿਹੜੇ ਚੇਂਜ ਹੋ ਰਿਹਾ 1 ਤੋਂ ਲੈ ਕੇ n ਦੇ ਵਿੱਚ ਚੇਂਜ ਹੋ ਰਿਹਾ, j ਜਿਹੜਾ ਚੇਂਜ ਹੋ ਰਿਹਾ 1 ਤੋਂ ਲੈ ਕੇ m ਦੇ ਵਿੱਚ ਚੇਂਜ ਹੋ ਰਿਹਾ, ਸੱਚ ਦੈਟ ਹੁਣ ਸਮੀਸ਼ਨ ਦੇਖੋ ਦੋਨੋਂ ਸਮੀਸ਼ਨ ਆ ਗਈਆਂ, ਕਿਉਂ, ਕਿਉਂਕਿ ਇਹਦੇ ਵਿੱਚ i ਵੀ ਚੇਂਜ ਹੋ ਰਿਹਾ, j ਵੀ ਚੇਂਜ ਹੋ ਰਿਹਾ। i ਚੇਂਜ ਹੋ ਰਿਹਾ 1 ਤੋਂ ਲੈ ਕੇ n ਦੇ ਵਿੱਚ, j ਚੇਂਜ ਹੋ ਰਿਹਾ 1 ਤੋਂ ਲੈ ਕੇ m ਦੇ ਵਿੱਚ। ਤੇ ਆਪਣੇ ਨੂੰ ਪਤਾ ਹੈ ਕਿ a ਅਲਫਾ i j, ਇਹਨੂੰ ਅਲਫਾ ਲਿਖਣਾ ਤਾਂ ਅਲਫਾ ਲਿਖ ਲਓ, a ਲਿਖਣਾ ਤੇ a ਲਿਖ ਲਓ, ਅਲਫਾ ਹੀ ਕਰ ਲਓ। ਅਲਫਾ i j ਤੇ t i j ਆਪਣੇ ਕੋਲ 0 ਦੇ ਬਰਾਬਰ ਹੈ। ਠੀਕ ਹੈ ਨਾ, ਇਹੀ ਹੁੰਦਾ ਸੀ ਨਾ, ਜੇ ਲੀਨੀਅਰ ਇੰਡੀਪੈਂਡੈਂਟ ਕਰਨਾ ਕਿ ਅਲਫਾ i j t i j ਆਪਣੇ ਕੋਲ 0 ਦੇ ਬਰਾਬਰ ਹੋਣਾ ਸੀ। ਇਹ ਆਪਣੇ ਕੋਲ ਡੈਫੀਨੇਸ਼ਨ ਹੈ। ਹੁਣ ਆਪਾਂ ਪ੍ਰੂਫ ਕੀ ਕਰਨਾ, ਦੇਖੋ ਮੈਂ ਉਹੀ ਕਿਹਾ ਨਾ, ਆਪਾਂ ਪ੍ਰੂਫ ਕੀ ਕਰਨਾ ਸੀ, ਜਿੰਨੇ ਵੀ ਸਕੇਲਰ ਆ 0 ਦੇ ਬਰਾਬਰ ਹੈ। ਇੱਥੇ ਵੀ ਮੈਂ ਇਹੀ ਕਿਹਾ ਕਿ ਜਿੰਨੇ ਵੀ ਸਕੇਲਰਸ ਹੋ ਗਏ ਉਹ ਸਾਰੇ 0 ਦੇ ਬਰਾਬਰ ਹੋ ਗਏ, ਆਪਾਂ ਇਹ ਪ੍ਰੂਫ ਕਰਨਾ। ਹੁਣ ਮੈਂ ਲੈ ਲੈਂਦਾ, ਹੁਣ ਦੇਖੋ ਮੈਂ ਵੈਕਟਰ ਸਪੇਸ V ਲੈ ਲਈ, ਉਹਦੇ ਵਿੱਚੋਂ ਇੱਕ ਐਲੀਮੈਂਟ ਵੈਕਟਰ ਲੈ ਲਿਆ, ਦੈਟ ਇਜ਼ ਆਪਣੇ ਕੋਲ VP। ਉਹਨੇ ਕਿਹਾ ਕਿ ਵੈਕਟਰ ਸਪੇਸ ਹੈ, ਉਹਦੇ ਵਿੱਚ ਐਲੀਮੈਂਟ ਹੈ ਵੈਕਟਰ VP, ਉਹ ਬਿਲੋਂਗ ਕਰ ਰਿਹਾ V ਨੂੰ। ਫੋਰ ਈਚ P ਕੋਈ ਵੀ ਐਲੀਮੈਂਟ ਹੋ ਸਕਦਾ P1 ਤੋਂ ਲੈ ਕੇ n ਦੇ ਵਿੱਚ। ਹੁਣ ਮੈਨੂੰ ਪਤਾ ਹੈ ਕਿ ਜੇਕਰ ਮੈਂ ਇਹਦੇ ਉੱਤੇ ਜ਼ੀਰੋ ਮੈਪਿੰਗ ਲਗਾਵਾਂ, ਜ਼ੀਰੋ ਮੈਪਿੰਗ ਮੈਂ ਦੱਸੀ ਸੀ ਕਿ ਅਗਰ ਜ਼ੀਰੋ ਮੈਪਿੰਗ ਲਗਾਵਾਂਗੇ ਕਿਸੇ ਐਲੀਮੈਂਟ x ਤੇ ਉਹ ਕੀ ਹੋਏਗਾ, ਜ਼ੀਰੋ ਐਲੀਮੈਂਟ ਬਣੇਗਾ ਤੇ x ਬਿਲੋਂਗ ਕਰੇਗਾ V ਸੈੱਟ ਨੂੰ। ਅਗਰ x ਕੋਈ ਵੀ ਐਲੀਮੈਂਟ ਹੈ V ਦਾ, ਠੀਕ ਹੈ, ਕੋਈ ਵੀ ਐਲੀਮੈਂਟ x V ਦਾ, ਤੇ ਉਹਦੇ ਤੇ ਮੈਂ ਅਗਰ ਜ਼ੀਰੋ ਮੈਪਿੰਗ ਲਗਾਉਂਗਾ ਤੇ ਉਹ ਆਫ x ਆਪਣੇ ਕੋ ਕੀ ਹੋਏਗਾ, ਜ਼ੀਰੋ ਹੋਏਗਾ, ਜਿਹੜਾ ਬਿਲੋਂਗ ਕਰੇਗਾ W ਨੂੰ। ਠੀਕ ਹੈ, ਇਹ ਹੈਗੀ ਸੀ ਜ਼ੀਰੋ ਮੈਪਿੰਗ। ਸੇਮ ਆਪਾਂ ਇਹਦੇ ਵਿੱਚ ਵੀ ਉਹੀ ਲਗਾਇਆ, ਠੀਕ ਹੈ ਨਾ, ਕਿ ਆਪਾਂ VP ਕੋਈ ਐਲੀਮੈਂਟ ਲੈ ਲਿਆ ਵੈਕਟਰ ਸਪੇਸ V ਦੇ ਵਿੱਚੋਂ, P ਆਪਣੇ ਕੋ ਕੋਈ ਵੀ ਹੋ ਸਕਦਾ 1 ਤੋਂ ਲੈ ਕੇ n ਤੱਕ, ਜ਼ੀਰੋ ਮੈਪਿੰਗ ਲਗਾ ਦਿੱਤੀ। ਜ਼ੀਰੋ ਮੈਪਿੰਗ ਕਿਹੜੇ ਐਲੀਮੈਂਟ ਤੇ ਲਗਾਵਾਂਗੇ, ਵੈਕਟਰ ਸਪੇਸ ਦੇ। ਵੈਕਟਰ ਸਪੇਸ ਕਿਹੜਾ ਹੈ, V, ਤੇ ਉਹਦਾ ਐਲੀਮੈਂਟ ਕੀ ਹੈ, VP ਤੇ ਮੈਂ ਜ਼ੀਰੋ ਮੈਪਿੰਗ ਲਗਾਈ ਤੇ ਉਹ ਜ਼ੀਰੋ ਦੇ ਬਰਾਬਰ ਉਹ ਕਿਹਨੂੰ ਬਿਲੋਂਗ ਕਰੇਗਾ, W ਸੈੱਟ ਨੂੰ। ਮੈਂ ਹਲੇ ਦੱਸਿਆ ਡੈਫੀਨੇਸ਼ਨ 'ਚ। ਹੁਣ ਉਸ ਤੋਂ ਬਾਅਦ ਹੈ, ਹੁਣ ਆ ਜਿਹੜਾ ਜ਼ੀਰੋ ਹੈ ਇਹਦੀ ਥਾਂ ਤੇ ਮੈਂ ਲਿਖ ਸਕਦਾ O of VP। ਜਿਹੜਾ ਜ਼ੀਰੋ ਹੈ ਇਹਦੀ ਥਾਂ ਤੇ ਮੈਂ ਲਿਖ ਦਿੱਤਾ O of VP। ਹੁਣ ਦੇਖੋ ਧਿਆਨ ਨਾਲ, ਹੁਣ ਮੈਂ ਰਾਈਟ ਹੈਂਡ ਸਾਈਡ ਇੱਦਾਂ ਹੀ ਲੈ ਰਿਹਾ, ਲੈਫਟ ਹੈਂਡ ਸਾਈਡ ਸੌਰੀ, i 1 ਤੋਂ ਲੈ ਕੇ n ਤੱਕ, j 1 ਤੋਂ ਲੈ ਕੇ m ਤੱਕ, ਅਲਫਾ i, ਇੱਥੇ ਅਲਫਾ ਕਰ ਲਓ, ਇੱਥੇ ਅਲਫਾ ਕਰ ਲਓ, ਅਲਫਾ i j
TIJ V of P। ਹੁਣ ਦੇਖੋ V of P लगाया ना दोनों एलिमेंट थे, इधर भी V of P लगाता, इधर भी V of P एलिमेंट लगाता, मैपिंग लगा देती है VP ਤੇ। ਹੁਣ VP ਤੇ ਮੈਪਿੰਗ ਲਗਾ ਦਿੱਤੀ ਹੈ ਤੇ ਆਪਣੇ ਕੋਲ ਅਲਫਾ IJ TIJ of VP। ਹੁਣ TIJ of VP ਧਿਆਨ ਰੱਖਣਾ, ਹੁਣ ਇਹਨੂੰ ਮੈਂ ਓਪਨ ਕਰਨ ਲੱਗਾ ਤੇ ਜਿਹੜਾ ਉਹ ਮੈਪਿੰਗ ਆਫ VP ਹੈ ਦੈਟ ਇਜ਼ ਆਪਣੇ ਕੋਲ 0 ਹੋ ਰਿਹਾ ਕਿਉਂਕਿ 0 ਦੇ ਬਰਾਬਰ ਹੈ ਤੇ ਬਿਲੋਂਗ ਕਰਕੇ W ਨੂੰ। ਹੁਣ ਮੈਂ ਇਹ ਸਮੀਸ਼ਨ ਓਪਨ ਕਰਨ ਲੱਗਾ, ਧਿਆਨ ਰੱਖਿਓ ਕਿ ਜਿਹੜੀ ਮੈਂ ਸਮੀਸ਼ਨ ਦਿੱਤੀ ਹੋਈ ਹੈ ਸਮੀਸ਼ਨ ਨੂੰ ਓਪਨ ਕਰਨ ਲੱਗਾ, ਪਹਿਲੇ ਕੇਸ ਦੇ ਵਿੱਚ ਮੈਂ I ਨੂੰ ਵੇਰੀ ਕਰਾਉਂਗਾ, J ਨੂੰ ਕਨਸਟੈਂਟ ਰੱਖੂੰਗਾ। ਇਹਦੇ ਵਿੱਚ I ਨੂੰ ਵੇਰੀ ਕਰਾਉਂਗਾ, J ਕਨਸਟੈਂਟ ਹੈ ਪਹਿਲੇ ਵਿੱਚ। ਹੁਣ ਦੇਖੋ J ਵਾਲਾ ਅਗਰ ਕਨਸਟੈਂਟ ਹੈ ਤਾਂ J ਦੀ ਸਮੀਸ਼ਨ ਇੱਦਾਂ ਹੀ ਰਹੇਗੀ। I ਵੇਰੀ ਕਰਾ ਰਿਹਾ, ਇਟ ਮੀਨਸ ਕਿੱਦਾਂ ਦੀ ਰਹੇਗੀ, ਅਲਫਾ 1J T1J VP, ਅਲਫਾ 2J T2J VP ਐਂਡ ਸੋ ਔਨ ਅਲਫਾ NJ TNJ VP। ਹੁਣ ਇਹ ਸਾਰੀ ਓਪਨ ਕਰ ਲਈ, ਜਿਹਦੇ ਵਿੱਚ ਆਪਣੇ ਕੋ I ਚੇਂਜ ਹੋ ਰਹੀ ਹੈ ਬਟ J ਦਾ J ਹੀ ਰਹੇਗਾ। ਹੁਣ ਉਸ ਤੋਂ ਬਾਅਦ ਹੈ ਜਦੋਂ ਇੰਨੀ ਕਰ ਲਈ, ਹੁਣ ਮੈਨੂੰ ਪਤਾ ਕਿ TIJ ਆਪਣੇ ਕੋ VP ਇਹ ਵੀ 0 ਦੇ ਬਰਾਬਰ ਹੈ, ਇਹ ਵੀ 0 ਦੇ ਬਰਾਬਰ ਹੈ, ਇਹ ਵੀ 0 ਦੇ ਬਰਾਬਰ ਹੈ ਤੇ ਮੈਂ ਪੁੱਟ ਕਰ ਦੂੰਗਾ ਤੇ ਸਿਰਫ ਕੀ ਬਚਿਆ, ਸੌਰੀ ਆਹ ਵਾਲੀ ਚੀਜ਼ ਬਚ ਗਈ, P ਵਾਲੀ ਬਚ ਗਈ। ਹੁਣ ਮੈਂ ਇਹਦੇ ਵਿੱਚ ਕੀ ਬਚਿਆ, ਹੁਣ ਦੇਖੋ ਧਿਆਨ ਨਾਲ ਦੇਖੋ, ਬਾਈ ਡੈਫੀਨੇਸ਼ਨ ਮੈਂ ਕੀ ਕਿਹਾ ਸੀ, ਕਹਿੰਦੇ ਕਿ ਅਲਫਾ PJ TPJ VP ਇਹ ਵਾਲੀ ਟਰਮ ਬਚ ਜਾਏਗੀ, ਬਾਕੀ ਸਾਰੀ 0 ਹੋ ਜਾਏਗੀ। ਹੁਣ ਇਹ ਵਾਲੀ ਜਿਹੜੀ ਟਰਮ ਬਚੀ ਹੈ, ਇਹ ਟਰਮ ਬਚੀ ਹੈ, ਹੁਣ ਜਦੋਂ ਆਪਾਂ J ਵੇਰੀ ਕਰਾਵਾਂਗੇ 1 ਤੋਂ ਲੈ ਕੇ M ਤੱਕ, ਉਹੀ ਉਹਨਾਂ ਨੇ ਕਿਹਾ ਕਿ ਅਗਰ ਆਪਣੇ ਕੋਲ ਡੈਫੀਨੇਸ਼ਨ ਕੀ ਸੀਗੀ, ਅਗਰ I P ਦੇ ਬਰਾਬਰ ਹੈ ਤੇ TIJ VP इज इक्वल टू WJ होएगा। इफ कंडीशन किसी जो I P ਦੇ ਬਰਾਬਰ ਹੈ, अगर TIJ VP अपने को WG ਦੇ ਬਰਾਬਰ ਹੈ, वो कदों होएगा, TIJ VP WJ ਦੇ ਬਰਾਬਰ ਹੋ ਕਦੋਂ, ਕੰਡੀਸ਼ਨ ਕੀ ਹੈ ਜਦੋਂ I P ਦੇ ਬਰਾਬਰ ਹੈ। ਹੁਣ ਇਹਨੂੰ ਓਪਨ ਕਰ ਦਾਂਗੇ ਸਮੀਸ਼ਨ ਨੂੰ ਓਪਨ ਕਰ ਦਿੱਤਾ, ਇੱਥੇ ਆਪਣੇ ਕੋ ਆ ਗਿਆ, ਧਿਆਨ ਨਾਲ ਦੇਖੋ ਕਿ ਹੁਣ ਇੱਥੇ ਆ ਗਿਆ ਅਲਫਾ PJ WJ, अल्फा PJ WJ आ गया, बाकी सारी टर्म जीरोज हो गई हैं। और मेरे को बच गई समीशन ऑफ J 1 तो लैके M तक अल्फा PJ WJ अपने को 0 के बराबर है। हूँ ओपन कर देंगे, ओपन करांगे मैपिंग अपने को की आएगी अल्फा, हूँ देखो J वेरी कर रही है 1 तो लैके M तक, तो अपने को आएगी अल्फा P1 W1 अल्फा P2 W2 एंड सो ऑन अल्फा PM WM इज इक्वल टू 0। हूँ अगर किसी का लीनियर कंबीनेशन ऑफ एलिमेंट इक्वल टू 0 है, इट मीनस कि W1 तो लैके WM तक ये तो 0 हो नहीं सकते, तो अपने को सारे स्केलर्स अपने को 0 हो गए, स्केलर्स 0 हो गए, इट मीनस कि जेडे बीटा 2 है दिस इज़ द बेसिस ऑफ द W एलिमेंट, सो दिस इज़ द लीनियरली इंडिपेंडेंट। अगर कोई बेसिस है W का, अगर ਆਪਾਂ ਇਹ ਵੀ ਪੜਿਆ ਸੀ ਅਗਰ ਕਿਸੇ ਸੈੱਟ ਦਾ ਵੈਕਟਰ ਸਪੇਸ ਦੇ ਬੇਸਿਸ ਲੀਨੀਅਰਲੀ ਇੰਡੀਪੈਂਡੈਂਟ ਹੈ ਤੇ ਉਹਦਾ ਲੀਨੀਅਰ ਕੰਬੀਨੇਸ਼ਨ ਵੀ ਆਪਣੇ ਕੋਲ ਲੀਨੀਅਰਲੀ ਇੰਡੀਪੈਂਡੈਂਟ ਹੋਏਗਾ, दैट इज़ ए कंडीशन। अगर बेसिस अपने को लीनियरली इंडिपेंडेंट है, मैं लिख देना बेसिस लीनियरली इंडिपेंडेंट है तो जेड़ा लीनियर कंबीनेशन ऑफ एलिमेंट्स होएगा वो भी लीनियरली इंडिपेंडेंट होएगा। अगर बेसिस सैट दे लीनियरली इंडिपेंडेंट ने तो लीनियर कंबीनेशन ऑफ एलिमेंट भी अपने को लीनियरली इंडिपेंडेंट होएगा, तो लीनियरली इंडिपेंडेंट के विच अपने को सारे स्केलर्स 0 हो गए, इट मीनस कि अपने को प्रूफ हो गया कि अल्फा IJ सारे 0 हो गए, I चेंज हो रहा 1 तो लैके M दे विच, J चेंज हो रहा 1 तो लैके M तक, तो TIJ अपने को की होगी लीनियरली इंडिपेंडेंट सैट, इंडिपेंडेंट मैपिंग होगी और लीनियर ट्रांसफॉर्मेशन होगी। हुण दो चीज़ां प्रूफ हो गई हैं, असी प्रूफ की करना सी कि वो जिहड़ा वैक्टर स्पेस है ਉਹਦੇ ਵਿੱਚ ਜਿਹੜੇ एलिमेंट ने वो फाइनाइट डिमेंशनस ने ਉਹਦੀਆਂ, ਤੇ ਆਪਣੇ को दो चीज़ां ਆਪਾਂ प्रूफ कर लिया। पहली प्रूफ की हो कि लीनियर ट्रांसफॉर्मेशन ਉਹਦੀ ਲੀਨੀਅਰ मैपिंग जी है लीनियर ट्रांसफॉर्मेशन होगी, दूजा ये प्रूफ किया कि जी मैपिंग है वो लीनियरली इंडिपेंडेंट है। हुण थर्ड प्रूफ करना है कि जी मैपिंग है वो स्पैन ऑफ LVW है, स्पैन ऑफ LVW है दैट इज़ ए लीनियर कंबीनेशन ऑफ द एलिमेंट ऑफ LVW। आप ये प्रूफ करना है,
मैं डेफिनेशन दसी हुई है, दैट इज स्पैन ऑफ एल दी, ठीक है ना। वी शो दैट कि एनी लीनियर ट्रांसफॉर्मेशन, ਹੁਣ ਦੇਖੋ ਆਪਾਂ ਮੈਪਿੰਗ ਲੈ ਲਈ ਹੈ, ਕਿਹੜੀ ਟਰਾਂਸਫੋਰਮੇਸ਼ਨ ਲਈ ਹੈ, V ਤੋਂ W ਨੂੰ, ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ TIJ। ਕਿਉਂ? ਕਿਉਂਕਿ L V W ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਸਾਰੇ ਮੈਪਿੰਗਸ ਨੇ, ਤੇ ਮੈਂ ਕੋਈ ਵੀ ਇੱਕ ਮੈਪਿੰਗ ਲੈ ਲਈ ਜਿਹੜੀ ਸੈੱਟ ਦੇ ਵਿੱਚ ਬਿਲੋਂਗ ਕਰ ਰਹੀ, ਤੇ ਉਹ ਵੀ ਲੀਨੀਅਰ ਟਰਾਂਸਫੋਰਮੇਸ਼ਨ ਹੀ ਹੋਏਗੀ। ਸੋ ਦੈਟ ਕਿ ਜਦੋਂ ਮੈਂ ਕੋਈ VP ਹੈ ਉਹ V ਸੈੱਟ ਦੇ ਵਿੱਚ ਬਿਲੋਂਗ ਕਰ ਰਿਹਾ, ਤੇ ਇਹਦੇ ਤੇ ਮੈਂ ਮੈਪਿੰਗ ਲਗਾ ਦੂੰਗਾ ਤੇ ਉਹ ਬਿਲੋਂਗ ਕਰੇਗਾ W ਨੂੰ। ਅਗਰ VP ਕੋਈ ਐਲੀਮੈਂਟ ਹੈ V ਵੈਕਟਰ ਸਪੇਸ ਦਾ, ਤੇ ਇਹਦੇ ਤੇ ਮੈਂ ਮੈਪਿੰਗ ਲਗਾ ਦੂੰਗਾ VP ਤੇ ਉਹ W ਸੈੱਟ ਦੇ ਵਿੱਚ ਚਲਾ ਜਾਏਗਾ। ਹੁਣ B2 ਦੇ ਬੇਸਿਸ ਮੈਂ ਹਲੇ ਪ੍ਰੂਫ ਕੀਤੇ ਕਿ W1 ਤੋਂ ਲੈ ਕੇ WM ਤੱਕ ਦੇ ਆਰ ਦਾ ਬੇਸਿਸ ਆਫ W। ਹੁਣ ਅਗਰ ਇਹ ਬੇਸਿਸ ਹੈ W ਦੇ, ਇਟ ਮੀਨਸ ਕਿ ਕੋਈ ਵੀ ਐਲੀਮੈਂਟ ਹੈ W ਦਾ, ਤੇ ਮੈਂ ਉਹਨੂੰ ਐਕਸਪ੍ਰੈਸ ਕਰ ਸਕਦਾ ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ ਬੇਸਿਸ। ਤੇ ਮੈਂ ਉਹੀ ਡੈਫੀਨੇਸ਼ਨ ਕਰ ਦਿੱਤੀ ਕਿ ਕੋਈ ਵੀ ਅਗਰ ਸੈੱਟ ਦਾ ਐਲੀਮੈਂਟ ਹੈ ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ ਹਾਂ ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ ਬੇਸਿਸ। ਦੈਟ ਇਜ਼ ਆਪਣੇ ਕੋਲ ਲੀਨੀਅਰ ਕੰਬੀਨੇਸ਼ਨ ਹੈ, ਦੈਟ ਇਜ਼ ਸਮੀਸ਼ਨ ਲਗਾਤੀ J1 ਤੋਂ ਲੈ ਕੇ M ਤੱਕ बीटा। ਹੁਣ ਦੇਖੋ PJ ਲਿਖਿਆ ਕਿਉਂ? ਕਿਉਂਕਿ ਆਪਣੇ ਕੋ P इधर रहेगा, J वेरी कर रहा है तो WJ आ जाएगा। ਹੁਣ ਮੈਂ ਇਹ ਇੰਨਾ ਤਾਂ ਮੈਂ ਡੈਫੀਨੇਸ਼ਨ ਲਗਾ ਦਿੱਤੀ। ਹੁਣ ਮੈਂ ਇੱਕ ਕੰਸੀਡਰ ਕਰ ਲਿਆ ਸੈੱਟ S। ਹੁਣ ਦੇਖੋ S ਸੈੱਟ ਇਹਨਾਂ ਨੇ ਕੰਸੀਡਰ ਕੀਤਾ ਆ। ਹੁਣ ਮੈਪਿੰਗ ਕਿੱਦਾਂ ਦੀ S ਕੰਸੀਡਰ ਕੀਤਾ, ਉਹਨੂੰ ਕਿਹਦੇ ਬਰਾਬਰ ਕੀਤਾ, ਸਮੀਸ਼ਨ ਆਫ I1 ਤੋਂ ਲੈ ਕੇ M ਤੱਕ J ਸਮੀਸ਼ਨ ਆਫ J1 ਤੋਂ ਲੈ ਕੇ M ਤੱਕ बीटा IJ TIJ। ਹੁਣ ਇਹਨੂੰ ਮੈਂ ਐਕਸਪ੍ਰੈਸ ਕੀਤਾ ਕਿ x ਕੀ ਹੈ, s ਕੀ ਹੈ, ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ। s ਕੀ ਹੈ, ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ ਕਿਹਦੇ ਉਹ ਐਲੀਮੈਂਟ ਕਿਹਦੇ ਨੇ, TIJ ਦੇ ਐਲੀਮੈਂਟ ਨੇ। ਤੇ TIJ ਦਾ ਲੀਨੀਅਰ ਕੰਬੀਨੇਸ਼ਨ ਲੈ ਲਿਆ, ਦੈਟ ਇਜ਼ ਅ ਸਬਸੈਟ ਆਫ LVW। ਔਰ LVW ਆਪਣੇ ਕੋ ਕੀ ਦਿੱਤਾ ਹੈ, ਵੈਕਟਰ ਸਪੇਸ, ਇਹ ਗਿਵਨ ਹੈ। ਤੇ s ਕੀ ਹੋ ਗਿਆ, ਸਾਰੇ ਆਪਣੇ ਕੋ ਲੀਨੀਅਰ ਟਰਾਂਸਫੋਰਮੇਸ਼ਨ ਆਏਗਾ। ਅਗਰ s कोई एलिमेंट है W ਦਾ, ਤੇ मैं S ਨੂੰ ਐਕਸਪ੍ਰੈਸ ਕਰ ਸਕਦਾ दैट इज अ लीनियर ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ TIJ। ਤੇ TI ਇਹ ਆਪਣੇ ਕੋ ਸਬਸੈਟ ਹੋਏਗਾ LVW ਦਾ, ਤੇ LVW ਦਾ ਪਹਿਲੇ ਹੀ ਵੈਕਟਰ ਸਪੇਸ ਹੈ। ਇਟ ਮੀਨਸ ਕਿ S ਵੀ ਲੀਨੀਅਰ ਟਰਾਂਸਫੋਰਮੇਸ਼ਨ ਹੋਏਗੀ ਇਨ LVW ਦੇ ਵਿੱਚ। ਤੇ ਜਿਹੜੀ S ਵਾਲੀ ਮੈਪਿੰਗ ਹੈ ਉਹ ਵੀ ਲੀਨੀਅਰ ਟਰਾਂਸਫੋਰਮੇਸ਼ਨ ਹੋਏਗੀ LVW ਦੇ ਵਿੱਚ। ਤੇ ਆਪਾਂ ਪ੍ਰੂਫ ਕੀ ਕਰਨਾ, ਅਗਰ ਇਹ ਵੀ ਲੀਨੀਅਰ ਟਰਾਂਸਫੋਰਮੇਸ਼ਨ ਹੈ ਤੇ ਜਿਹੜੀ ਆਪਾਂ T ਲੈ ਕੇ ਚੱਲ ਰਹੇ ਹਾਂ ਉਹ S ਦੇ ਬਰਾਬਰ ਆਪਾਂ ਪ੍ਰੂਫ ਕਰਨੀ ਹੈ, ਠੀਕ ਹੈ ਜੀ। ਹੁਣ ਆਪਾਂ ਕੀ ਹੈ, S ਵੀ ਮੈਪਿੰਗ ਹੈ T ਵੀ ਮੈਪਿੰਗ ਹੈ, ਇਹ ਦੋਨੋਂ ਬਰਾਬਰ ਹੋਣੀਆਂ ਚਾਹੀਦੀਆਂ, ਆਪਾਂ ਇਹ ਪ੍ਰੂਫ ਕਰਨਾ ਹੈ। ਤੇ ਮੈਂ ਮੈਪਿੰਗ ਲਗਾ ਦਿੱਤੀ VP ਤੇ S ਮੈਪਿੰਗ ਲਗਾ ਦਿੱਤੀ ਹੈ। ਤੇ ਜਦੋਂ S ਮੈਪਿੰਗ ਲਗਾਤੀ VP ਐਲੀਮੈਂਟ ਤੇ ਸਮੀਸ਼ਨ ਆਫ I1 ਤੋਂ ਲੈ ਕੇ N J1 ਤੋਂ ਲੈ ਕੇ N बीटा IJ TIJ VP ਐਲੀਮੈਂਟ ਤੇ बीटा IJ ਤਾਂ ਇੱਦਾਂ ਹੀ ਰਹੇਗਾ, TIJ VP ਲਗਾ ਦਿੱਤੀ ਤੇ ਇਹਨੂੰ ਓਪਨ ਕਰ ਦਿੱਤਾ, ਓਪਨ ਕਰਤਾ J ਵਾਲੀ ਸਮੀਸ਼ਨ ਇੱਦਾਂ ਹੀ ਰਹੇਗੀ। ਹੁਣ I ਵਾਲੀ ਚੀਜ਼ ਵੇਰੀ ਕਰ ਰਹੀ, ਜਿੱਥੇ I ਹੈ ਉਹ ਚੇਂਜ ਕਰੇਗੀ β1J T1J VP, ਇੱਦਾਂ ਹੀ β1J T1J β2J T2J, ਇੱਥੇ T2J ਰਹਿ ਗਿਆ ਜੀ, ਇਹ ਭਰ ਲਿਓ T2J of VP plus ends on बीटा PJ TPJ VP plus ends ਮੈਪਿੰਗ ਓਪਨ ਕਰ ਦਿੱਤੀ बीटा NJ TNJ VP। ਹੁਣ ਮੈਨੂੰ ਪਤਾ ਹੈ ਕਿ ਮੈਂ ਬਾਈ ਡੈਫੀਨੇਸ਼ਨ TIJ ਨੂੰ ਐਕਸਪ੍ਰੈਸ ਕੀਤਾ ਸੀ ਕਿ ਕਿਸੇ ਵੀ ਅਗਰ ਮੈਂ ਵੈਕਟਰ ਸਪੇਸ VP TIJ ਲਗਾਵਾਂਗਾ ਉਹ WJ ਦੇ ਬਰਾਬਰ ਹੋਊਗੀ। ਕੰਡੀਸ਼ਨ ਇਹ ਸੀਗਾ ਕਿ I ਤੇ P ਦੋਨੋਂ ਬਰਾਬਰ ਹੋਣੇ ਚਾਹੀਦੇ। अगर I ਤੇ P दोनों बराबर है ਤਾਂ अपने को बराबर है, अदरवाइज 0 ਦੇ ਬਰਾਬਰ ਹੋगी फॉर I इज नॉट इक्वल टू P। ठीक है जी। ਹੁਣ ਦੇਖੋ ਇਹ ਨੋਟ ਇਕੁਅਲ ਹੈ, ਇਹ ਵੀ 0 ਹੋ ਗਿਆ, ਇਹ ਵੀ ਨੋਟ ਇਕੁਅਲ ਹੈ, ਇਹ ਵੀ 0, ਬਟ ਇਹ ਦੋਨੋਂ ਇਕੁਅਲ ਨੇ। P ਹੁਣ ਦੇਖੋ P I P ਦੇ ਬਰਾਬਰ ਹੈ, ਇਹਦਾ ਮਤਲਬ ਕਿ TPJ of VP ਦੈਟ ਇਜ਼ ਇਹਦੀ ਥਾਂ ਤੇ ਮੈਂ WJ ਲਿਖ ਲਿਆ, ਬਾਕੀ ਸਾਰੀ ਟਰਮ 0 ਨੇ। ਬਚਿਆ ਕਿ ਸਮੀਸ਼ਨ ਆਫ IJ, ਇੱਥੇ J ਕਰ ਲਓ ਜੀ, ਸਮੀਸ਼ਨ ਆਫ J1 ਤੋਂ ਲੈ ਕੇ M ਤੱਕ ਕੀ ਬਚਿਆ बीटा PJ WJ, ਇਹ ਚੀਜ਼ ਬਚ ਗਈ ਹੈ।
ਹੁਣ ਉਸ ਤੋਂ ਬਾਅਦ ਆਪਾਂ ਕੀ ਕੀਤਾ, ਬੀਟਾ ਪੀ ਜੇ ਡਬਲਯੂ ਜੇ ਨੂੰ ਕਰਨ ਤੋਂ ਬਾਅਦ ਹੁਣ ਮੈਨੂੰ ਪਤਾ ਕਿ J1 ਤੋਂ ਲੈ ਕੇ M ਤੱਕ ਬੀਟਾ ਪੀ ਜੇ ਡਬਲਯੂ ਜੇ ਆਪਣੇ को T ऑफ VP आ गई। इट मीन्स कि S ऑफ VP और T ऑफ VP आपस में बराबर हो गए तो अपने को प्रूफ हो गया कि S जी मैपिंग S जी हैगी है दैट इज ए लीनियर ट्रांसफॉर्मेशन और T लीनियर ट्रांसफॉर्मेशन के बराबर है। इट मीन्स कि साढ़े को प्रूफ हो गया कि ईच एलिमेंट ऑफ LVW इज़ अ लीनियर कंबीनेशन ऑफ द एलिमेंट ऑफ TIJ कि कोई भी एलिमेंट अगर सैट का लै लीए ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ ਹਾਂ ਲੀਨੀਅਰ ਕੰਬੀਨੇਸ਼ਨ ਆਫ ਦਾ ਮੈਪਿੰਗ ਤੇ ਨਾਲ ਹੀ ਆਪਣੇ ਕੋਲ ਜਿਹੜਾ ਸੈੱਟ ਸੀਗਾ TIJ ਉਹ ਬੇਸਿਸ ਬਣਾ ਰਿਹਾ ਆ LVW ਦੇ ਤੇ ਉਹਦੇ ਵਿੱਚ ਕਿੰਨੇ ਫਾਈਨਾਈਟ ਨੰਬਰ ਆਫ ਐਲੀਮੈਂਟ ਨੇ, ਕਿੰਨੇ ਨੇ M ਕਰੋਸ M ਇਨਟੂ N। M ਆਪਣੇ ਕੋਲ ਐਲੀਮੈਂਟ ਨੇ J ਵਾਲੇ ਦੇ, N ਆਪਣੇ ਕੋਲ ਹੁਣ ਦੇਖੋ ਹੁਣ ਇਹਦੇ ਵਿੱਚ M ਜਿਹੜਾ ਹੈਗਾ ਆ ਉਹ ਡਿਮੈਂਸ਼ਨ ਹੈਗੀ ਆ W ਦੀ ਤੇ N ਜਿਹੜਾ ਹੈਗਾ ਆ ਉਹ ਡਿਮੈਂਸ਼ਨ ਹੈਗੀ ਆ V ਦੀ। V ਵੈਕਟਰ ਸਪੇਸ ਦੀ ਡਿਮੈਂਸ਼ਨ N ਹੈ ਤੇ W ਦੀ ਡਿਮੈਂਸ਼ਨ M ਹੈ ਤੇ ਆਪਣੇ ਕੋ ਪ੍ਰੂਫ ਹੋ ਜਾਂਦਾ ਹੈ ਕਿ ਅਗਰ LVW ਆਪਣੇ ਕੋ ਫਾਈਨਾਈਟ ਡਿਮੈਂਸ਼ਨ ਵੈਕਟਰ ਸਪੇਸ ਹੈ ਜਿਹਦੇ ਵਿੱਚ ਐਲੀਮੈਂਟ ਹੈਗੇ M ਇਨਟੂ N ਤੇ ਆਪਣੇ ਕੋ ਉਹਨੂੰ ਐਕਸਪ੍ਰੈਸ ਕਰ ਸਕਦੇ ਡਿਮੈਂਸ਼ਨ ਆਫ W ਇਨਟੂ ਡਿਮੈਂਸ਼ਨ ਆਫ V। ਦੈਟ ਇਜ਼ ਅ ਵੈਰੀ ਇੰਪੋਰਟੈਂਟ ਰਿਜ਼ਲਟ ਹੈ ਤੇ ਵੈਰੀ ਇੰਪੋਰਟੈਂਟ ਥਿਊਰਮ ਹੈ, ਮੋਸਟਲੀ ਪੇਪਰ ਦੇ ਵਿੱਚ ਆ ਹੀ ਜਾਂਦੀ ਹੈ। ਤੇ ਇੱਕ ਕਰੋਲਰੀ ਵੀ ਹੈ ਇਹਦੇ ਵਿੱਚ, ਉੱਪਰ ਵਿੱਚ ਤਾਂ ਆਪਾਂ ਇਹ ਪੜ੍ਹਿਆ ਕਿ ਜਿਹੜੀ ਮੈਪਿੰਗ ਹੈ ਉਹ V ਤੋਂ W ਵੱਲ ਨੂੰ ਜਾ ਰਹੀ ਹੈ। ਅਗਰ ਕੋਈ ਟੀ ਮੈਪਿੰਗ ਹੈ ਉਹ V ਤੋਂ ਸਿਰਫ V ਵੈਕਟਰ ਸਪੇਸ ਦੇ ਵਿੱਚ ਹੀ ਜਾ ਰਹੀ ਹੈ ਤੇ ਉਹ ਵੀ ਲੀਨੀਅਰ ਆਪਰੇਟਰ ਹੀ ਹੈ, ਠੀਕ ਹੈ। ਤੇ ਆਪਣੇ ਕੋ ਕੀ ਹੋਗਾ ਤੇ ਉਹਦੇ ਵਿੱਚ ਕਿੰਨੇ ਡਿਮੈਂਸ਼ਨਸ ਹੋਗੇ, ਦੈਟ ਇਜ਼ ਆਪਣੇ ਕੋ M N ਦੇ ਬਰਾਬਰ ਹੋ ਜਾਏਗਾ ਤੇ ਦੈਟ ਇਜ਼ ਆਪਣੇ ਕੋ ਫਾਈਨਾਈਟ ਡਿਮੈਂਸ਼ਨ ਹੋਗੇ N ਸਕੁਅਰ ਦੇ। ਇਹ ਜ਼ਰੂਰ ਯਾਦ ਰੱਖਣਾ ਕਿ ਉਹਦੇ ਵਿੱਚ ਜਿਹੜੀ ਡਿਮੈਂਸ਼ਨ ਹੈ ਅਗਰ ਸੇਮ ਮੈਪਿੰਗ ਦੇ ਵਿੱਚ ਜਾ ਰਹੀ ਹੈ ਤੇ ਡਿਮੈਂਸ਼ਨ ਦੇ ਐਲੀਮੈਂਟ ਦੇ ਮਲਟੀਪਲ ਹੋਏਗੇ ਤੇ M ਇਨਟੂ N ਕਰ ਦਾਂਗੇ, N ਇਨਟੂ N ਦੈਟ ਇਜ਼ N ਸਕੁਅਰ ਐਲੀਮੈਂਟ ਹੋਊਗੇ। ਇਹ ਵੈਰੀ ਇੰਪੋਰਟੈਂਟ ਹੈ।